बीते दिन पंजाब के मुख्य मंत्री भगवंत मान ने बरगाड़ी बेदबी मामलों की रिपोर्ट सिख जथेबंदियों नूं कुछ सिख जथेबंदियों के आगुआं नूं सौंपण का दावा किया। तुसीं वार-वार कहा भी अधूरी रिपोर्ट, ये रिपोर्ट अधूरी किवें हैगी? अधूरा मैं तां कहना कि इहदे विच गोली कांड नहीं हैगा, बाइबल नहीं हैगा, कोटकपूरा गोली कांड नहीं हैगा, तां करके ये अधूरा मिशन आ। 2015 च राज किहनां दा सीगा? ਜਿਹੜੇ ਪਰਿਵਾਰ ਦਾ ਰਾਜ ਸੀ ਉਸ ਪਰਿਵਾਰ ਬਾਰੇ ਇੱਕ ਅੱਖਰ ਵੀ ਉਸ ਰਿਪੋਰਟ ਵਿੱਚ ਨਾ ਆਉਣਾ। ਜਿਹੜੇ ਮੁੱਖ ਮੰਤਰੀ ਸਾਹਿਬ ਰਿਪੋਰਟ ਪੇਸ਼ ਕਰ ਰਹੇ ਨੇ ਤੇ ਜਿਹੜੇ ਰਿਸੀਵ ਕਰ ਰਹੇ ਨੇ, ਦੋਨੇ ਤਰ੍ਹਾਂ ਹਰ ਸਟੇਜ ਦੇ ਉੱਤੇ ਰਿਪੋਰਟ ਫੜਨ ਵਾਲੇ ਵੀ ਤੇ ਫੜਾਉਣ ਵਾਲੇ ਵੀ ਇਹ ਕਹਿੰਦੇ ਰਹੇ ਵੀ ਇਹਦੀਆਂ ਪੈੜਾਂ ਬੇਅਦਬੀ ਦੀਆਂ ਬਾਦਲ ਪਿੰਡ ਵੱਲ ਨੂੰ ਜਾਂਦੀਆਂ। ਤੁਹਾਨੂੰ ਪੁੱਛਣਾ ਚਾਹੁੰਦਾ, ਜਸਟਿਸ ਜੋਰਾ ਸਿੰਘ ਦੀ ਰਿਪੋਰਟ ਕਿੱਥੇ ਆ, ਕਿਹੜੇ ਖੂਹ ਸੱਟੀ ਆ? ਉਹ ਜਨਤਕ ਕਰਿਓ ਇੱਕ ਵਾਰੀ, ਭਲਾ ਹਿੰਮਤ ਹੈ ਤੁਹਾਡੇ 'ਚ? ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਜਨਤਕ ਕਰੋਗੇ? ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਗੋਲੀकांड ਵਾਲੀ ਰਿਪੋਰਟ ਸੀ ਉਹ ਜਨਤਕ ਕਰੋਗੇ? ਤੁਹਾਡਾ 62 SGPC ਮੈਂਬਰ ਹੈ ਨਾ ਹੀ ਨੌਜਵਾਨਾਂ ਕੋਲੋਂ, ਜੋ ਵੀ ਆ ਗੁਰਪ੍ਰੀਤ ਸਿੰਘ ਜਾਗੋਵਾਲ ਹੋ ਗਿਆ, ਰਾਜਾ ਖਖਰਾਣਾ ਹੋ ਗਿਆ, ਰੁਪਿੰਦਰ ਸਿੰਘ ਜਸਵਿੰਦਰ ਸਿੰਘ ਹੋ ਗਿਆ, ਇਹਨਾਂ ਨੌਜਵਾਨਾਂ ਕੋ ਤੁਹਾਡਾ ਮੈਂਬਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਖੋਹਦਾ ਸੀਗਾ। ਕਿਹੜੀ ਮਜਬੂਰੀ ਸੀ? ਬੀਬੀ ਜੀ ਇਹ ਵੀ ਪੋਸਟ ਪਾ ਦਿਓ, ਵਲਟੋਆ ਸਾਹਿਬ ਇਹ ਵੀ ਪੋਸਟ ਪਾ ਦਿਓ, ਦੱਸ ਦਿਓ ਵੀ ਕਿਹੜੀ ਮਜਬੂਰੀ ਸੀ ਵੀ ਤੁਸੀਂ ਅੰਗ ਜਿਹੜੇ ਸੰਗਤਾਂ ਕੋ ਖੋਹਣਾ ਚਾਹੁੰਦੇ ਸੀ। ਮੇਰੇ ਖਿਆਲ ਮੁਤਾਬਕ ਸਾਡੀ ਨਲਾਇਕ ਲੀਡਰਸ਼ਿਪ ਨਾਲ ਅਸੀਂ ਇੱਕ ਵਾਰੀ ਫੇਰ ਫੇਲ ਹੋਏ ਹਾਂ। ਸਰਕਾਰ ਨੂੰ ਦਬਾਅਹੀਣ ਕੀਤਾ ਆ ਤੇ ਜਿਹੜੇ ਪਰਿਵਾਰ ਦੇ ਰਾਜ ਵਿੱਚ ਇਹ ਗੱਲ ਹੋਈ ਸੀ ਉਹਨਾਂ ਨੂੰ ਇੱਕ ਤਰ੍ਹਾਂ ਆਕਸੀਜਨ ਦਿੱਤੀ ਆ ਸਾਡੇ ਹੋਸ਼ੇਪਣ ਨੇ। ਸਾਡੀ ਜਿਹੜੀ ਇਹ ਬਲੰਡਰ ਮਿਸਟੇਕ ਹੋਈ ਆ ਸਾਡੇ ਬੰਦਿਆਂ ਕੋਲ, ਸਰਕਾਰ ਨੇ ਆਪਦੀ ਕੋਠੀ ਦਾ ਘਰਾਓ ਬਚਾਉਣ ਦੀ ਖਾਤਰ ਇਹਨਾਂ ਨੂੰ ਇੱਕ ਲੋਲੀਪੌਪ ਦਿੱਤਾ, ਅਧੂਰੀ ਰਿਪੋਰਟ। ਅਜਨਾਲਾ ਸਾਹਿਬ ਵੱਲੋਂ ਸੁਖਰਾਜ ਸਿੰਘ ਦੇ ਉੱਤੇ, ਸੁਖਰਾਜ ਸਿੰਘ ਵੱਲੋਂ ਅਜਨਾਲਾ ਸਾਹਿਬ ਦੇ ਉੱਤੇ ਕੁਝ ਬਿਆਨਬਾਜ਼ੀ ਹੋਈ ਹੈ ਜਿਹਦੇ ਕਰਕੇ ਮਨਮੁਟਾਵ ਸਾਹਮਣੇ ਆਏ ਨੇ। ਤਾਂ ਕੀ ਭਗਵੰਤ ਮਾਨ ਨੇ ਇੱਕ ਪਲੈਨਿੰਗ ਤਹਿਤ ਪੱਤਾ ਵੀ ਖੇਡਿਆ ਹੋ ਸਕਦਾ ਵੀ ਉਹਨਾਂ ਨੂੰ ਅੱਪ ਕਰ ਦਿਓ ਥੋੜ੍ਹਾ ਜਿਹਾ ਤਾਂ ਕਿ ਇਹ ਆਪਸ ਦੇ ਵਿੱਚ ਉਲਝ ਜਾਣ ਤੇ ਸਰਕਾਰ ਦੇ ਉੱਤੇ ਦਬਾਅ ਜਿਹੜਾ ਪੈਣਾ ਸੀਗਾ ਉਹ ਆਪਸ ਦੇ ਵਿੱਚ ਉਲਝ ਜਾਣ? ਉਹ ਇਹਨਾਂ ਦਾ ਲਹੂ ਤੁਹਾਨੂੰ ਅੱਜ ਵੀ ਆਵਾਜ਼ ਮਾਰ ਰਿਹਾ। ਔਰ ਇਹਨਾਂ ਤੋਂ ਅਗਲੀ ਗੱਲ, ਖਿਲਰੇ ਹੋਏ ਅੰਗ ਅੱਜ ਤੁਹਾਨੂੰ ਸੱਦਦੇ ਐ, ਰੂੜੀਆਂ ਤੇ ਪਿਆ ਗੁਰੂ ਗ੍ਰੰਥ ਸਾਹਿਬ, ਉਹ ਤੁਹਾਨੂੰ ਆਵਾਜ਼ ਦੇ ਰਿਹਾ ਵੀ ਮੇਰੇ ਕੁਝ ਪੁੱਤ ਤੇ ਭੁੱਲ ਗਏ ਆ। ਜੇ ਤੁਸੀਂ ਸੱਚੇ ਪੁੱਤਾਂ ਗੁਰੂ ਗ੍ਰੰਥ ਸਾਹਿਬ ਦੇ ਤੇ ਭੁੱਲਿਓ ਨਾ, ਜੇ ਮੁੱਲ ਉਹਨਾਂ ਦਾ ਹੀ ਪੈਂਦਾ ਜਿਹਦੇ ਭੁੱਲਦੇ ਨਹੀਂ ਹੈਗੇ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਗਾੜੀ ਬੇਅਦਬੀ ਮਾਮਲਿਆਂ ਦੀ ਰਿਪੋਰਟ ਸਿੱਖ ਜਥੇਬੰਦੀਆਂ ਨੂੰ, ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪਣ ਦਾ ਦਾਅਵਾ ਕੀਤਾ। ਇਹ ਰਿਪੋਰਟ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ, ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਪੰਥਕ ਸਫ਼ਿਆਂ ਦੇ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ ਕਿ ਕੀ ਕੁਝ ਆਗੂਆਂ ਨੂੰ ਇਹ ਰਿਪੋਰਟ ਇਸ ਤਰ੍ਹਾਂ ਸਵੀਕਾਰ ਕਰਨੀ ਚਾਹੀਦੀ ਸੀ ਜਾਂ ਸਰਕਾਰ ਦਾ ਫਰਜ਼ ਕੇਵਲ ਰਿਪੋਰਟ ਸੌਂਪਣਾ ਹੁੰਦਾ ਹੈ। ਬਹੁਤ ਸਾਰੇ ਸਵਾਲ ਨੇ ਸਿਆਸੀ ਪਾਰਟੀਆਂ ਬਾਰੇ। ਅਕਾਲੀ ਦਲ ਬਾਦਲ ਦੇ ਜਿਹੜੇ ਨੁਮਾਇੰਦੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦੇ ਕੇ ਇਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਨੂੰ ਜਿਹੜਾ ਹੈਗਾ ਬੇਫਾਲਤੂ ਜਿਹੜਾ ਹੈਗਾ ਉਹ ਬਦਨਾਮ ਕੀਤਾ ਜਾਂਦਾ ਰਿਹਾ, ਸਾਡਾ ਤੇ ਬਿਲਕੁਲ ਬੇਅਦਬੀ ਮਾਮਲਿਆਂ ਦੇ ਵਿੱਚ ਕੋਈ ਯੋਗਦਾਨ ਨਹੀਂ ਸੀ। ਤਾਂ ਸਾਡੇ ਨਾਲ ਸੁਖਜੀਤ ਸਿੰਘ ਖੋਸਾ ਮੌਜੂਦ ਨੇ ਜਿਨ੍ਹਾਂ ਦੇ ਨਾਲ ਅਸੀਂ ਇਸ ਪੂਰੇ ਘਟਨਾਕ੍ਰਮ ਬਾਰੇ ਜਿਹੜੀ ਹੈ ਗੱਲਬਾਤ ਕਰਾਂਗੇ। ਸਵਾਗਤ ਹੈ ਖੋਸਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖੋਸਾ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਜਿਹੜੀ ਇਹ ਬੇਅਦਬੀ ਮਾਮਲਿਆਂ ਦੀ ਰਿਪੋਰਟ ਕਥਿਤ ਤੌਰ ਤੇ ਸੌਂਪੇ ਜਾਣ ਦੀ ਜਿਹੜੀ ਗੱਲਬਾਤ ਹੈ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਖੁਖਰਾਣਾ ਸਾਹਿਬ, ਕੁਝ ਜਥੇਬੰਦੀਆਂ ਦੇ 5 ਮੈਂਬਰ ਸੀਗੇ, ਭਗਵੰਤ ਮਾਨ ਨੂੰ ਮਿਲੇ ਨੇ ਜਾ ਕੇ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਮਿਲ ਕੋਈ ਵੀ ਸਕਦਾ ਮੁੱਖ ਮੰਤਰੀ ਸਾਹਿਬ ਨੂੰ, ਗੱਲਬਾਤ ਚੱਲਦੀ ਰਹਿਣੀ ਚਾਹੀਦੀ ਆ, ਪਰੰਤੂ ਜਿਹੜੀ ਇਹ ਰਿਪੋਰਟ ਅਧੂਰੀ ਰਿਪੋਰਟ ਦੇ ਨਾਲ ਜਿਹੜਾ 2015 ਅਕਤੂਬਰ ਵਿੱਚ ਜੋ ਘਟਨਾ ਵਾਪਰੀਆਂ ਸੀਗੀਆਂ, 1 ਜੂਨ ਨੂੰ ਜਿਹੜੀ ਵਾਪਰੀ ਸੀ, ਜਿਨ੍ਹਾਂ ਉਹ ਹਿਰਦੇ ਵਲੁੰਦਰੇ ਗਏ ਸੀਗੇ, ਫਿਰ 12 ਅਕਤੂਬਰ ਨੂੰ ਜਦੋਂ ਅੰਗ ਖਿਲਰਦੇ ਆ, ਉਹ ਸਾਰਾ ਜਿਹੜਾ ਇੱਕ ਵਾਰੀ ਫਿਰ ਉਹ ਇੱਕ ਤਰ੍ਹਾਂ ਦੇ ਜ਼ਖਮ ਕਰੇਦੇ ਗਏ ਆ। ਕਿਉਂਕਿ ਕੋਈ ਵੀ ਸਿੱਖ ਜਿਹੜਾ ਇਸ ਅਧੂਰੀ ਰਿਪੋਰਟ ਨੂੰ ਪ੍ਰਵਾਨ ਨਹੀਂ ਕਰਦਾ। ਇਹਦੇ ਵਿੱਚ ਮੈਂ ਸਮਝਦਾ ਵਾਂ ਕਿ ਇੱਕ ਤਰ੍ਹਾਂ ਨਾਲ ਸਾਡੇ ਜਿਹੜੇ ਸਤਿਕਾਰਯੋਗ ਆਗੂ ਗਏ ਆ ਉਹਨਾਂ ਦਾ ਹੋਸ਼ਾ ਪਾਉਣ ਆ।
ਉਹਨਾਂ ਨੂੰ ਇਹ ਰਿਪੋਰਟ ਇਕੱਲਿਆਂ ਇੱਦਾਂ ਫੜਨੀ ਨਹੀਂ ਸੀ ਚਾਹੀਦੀ ਸਰਕਾਰ ਕੋਲੋਂ, ਕਿਉਂਕਿ ਪੰਥਕ ਜਥੇਬੰਦੀਆਂ ਦੇ ਜਿਹੜੇ ਸਤਿਕਾਰਯੋਗ ਵੀਰ ਗਏ ਆ ਇਹ ਦੱਸ ਸਕਦੇ ਆ ਵੀ ਰਿਪੋਰਟ ਨੂੰ ਲੈ ਕੇ ਕਰਨਗੇ ਕੀ ਕਿਤੇ ਛਲਾਵੇ 'ਚ ਆ ਗਿਆ ਜਾਂ ਉਹਨਾਂ ਦੀ ਬਦਨੀਤ ਆ ਜਾਂ ਉਹਨਾਂ 'ਤੇ ਕੋਈ ਦਬਾਅ ਆ ਜਾਂ ਉਹਨਾਂ ਦਾ ਕੋਈ ਸਮਝੌਤਾ ਆ ਤੇ ਜਾਂ ਇਹ ਰਿਪੋਰਟ ਸੱਚ ਆ। ਤਿੰਨ ਚਾਰ ਗੱਲਾਂ ਇਹ ਬੜਾ ਇੱਕ ਧਿਆਨ ਮੰਗਦੀਆਂ ਆ। ਅੱਗੇ ਜਾਣ ਤੋਂ ਪਹਿਲਾਂ ਇਹ ਹੈਗਾ, ਤੁਸੀਂ ਵਾਰ-ਵਾਰ ਕਿਹਾ ਵੀ ਅਧੂਰੀ ਰਿਪੋਰਟ, ਇਹ ਰਿਪੋਰਟ ਅਧੂਰੀ ਕਿਵੇਂ ਹੈਗੀ ਰਿਪੋਰਟ? ਦੇਖੋ ਜੀ, ਨੰਗਾ ਚਿੱਟਾ ਜਿਹੜਾ ਇਹ ਸੱਚ ਆ ਬਈ 2015 ਚ ਰਾਜ ਕਿਹਨਾਂ ਦਾ ਸੀਗਾ? ਜਿਹੜੇ ਪਰਿਵਾਰ ਦਾ ਰਾਜ ਸੀ ਉਸ ਪਰਿਵਾਰ ਬਾਰੇ ਇੱਕ ਅੱਖਰ ਵੀ ਉਸ ਰਿਪੋਰਟ ਵਿੱਚ ਨਾ ਆਉਣਾ ਉਸ ਸਰਕਾਰ ਦਾ ਫੇਲੀਅਰ ਸੀ। ਜਿਹੜੇ ਮੁੱਖ ਮੰਤਰੀ ਸਾਹਿਬ ਰਿਪੋਰਟ ਪੇਸ਼ ਕਰ ਰਹੇ ਨੇ ਤੇ ਜਿਹੜੇ ਰਿਸੀਵ ਕਰ ਰਹੇ ਨੇ, ਦੋਨੇ ਤਰ੍ਹਾਂ ਮਤਲਬ ਪਾਣੀ ਪੀ ਕੋਸਦੇ ਰਹੇ ਆ। ਹਰ ਸਟੇਜ ਦੇ ਉੱਤੇ ਰਿਪੋਰਟ ਫੜਨ ਵਾਲੇ ਵੀ ਤੇ ਫੜਾਉਣ ਵਾਲੇ ਵੀ ਇਹ ਕਹਿੰਦੇ ਰਹੇ ਵੀ ਇਹਦੀਆਂ ਪੈੜਾਂ ਬੇਅਦਬੀ ਦੀਆਂ ਬਾਦਲ ਪਿੰਡ ਵੱਲ ਨੂੰ ਜਾਂਦੀਆਂ ਤੇ ਇਹਦਾ ਮਤਲਬ ਫਿਰ ਉਹ ਸੰਗਤਾਂ ਦੀਆਂ ਭਾਵਨਾਵਾਂ ਨਾਲ ਹੀ ਖੇਡਦੇ ਰਹੇ, ਫੜਨ ਵਾਲੇ ਵੀ ਤੇ ਫੜਾਉਣ ਵਾਲੇ ਵੀ। ਅੱਜ ਉਸ ਰਿਪੋਰਟ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕਲੀਨ ਕਰ ਰਹੇ ਆ ਤੇ ਉਹਦੇ ਤੇ ਮੋਹਰ ਕਿੱਡੀ ਛੇਤੀ ਲੱਗਣੀ ਸ਼ੁਰੂ ਹੋ ਗਈ। ਜਿੱਦਾਂ ਕਿਤੇ ਇੱਕ ਦਿਨ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਮੌਜੂਦਾ ਉਪ ਮੁੱਖ ਮੰਤਰੀ ਤੇ ਨਾਡਾ ਸਾਹਿਬ ਮੱਥਾ ਟੇਕਣ ਵੀ ਚਲ ਜਾਂਦੇ ਆ, ਸਮੇਂ ਦਾ ਜਿਹੜਾ DGP ਆ ਉਹ ਪ੍ਰੈਸ ਕਾਨਫਰੰਸ ਵੀ ਕਰਾ ਦਿੰਦੇ ਆ। ਉਹਨਾਂ ਦੇ ਦੂਜੀ ਕਲਾਸ ਦੇ ਸਹੋਤਾ ਸਾਹਿਬ ਸ਼ਾਇਦ, ਤੇ ਲਗਭਗ ਕੌਮ ਦਾ ਕਾਫੀ ਹਿੱਸਾ ਇਹ ਗੱਲ ਨੂੰ ਸਵੀਕਾਰ ਕਰਨ ਨੂੰ ਤਿਆਰ ਵੀ ਹੋ ਜਾਂਦਾ ਵੀ ਹੋ ਸਕਦਾ ਸ਼ਾਇਦ ਇਹਨਾਂ ਨੇ ਕੀਤੀ ਹੋਵੇ। ਪਰ ਜਦੋਂ ਸੰਗਤਾਂ ਦਾ ਰੋਹ ਜਾਗਿਆ ਤੇ ਜਿਹੜੇ ਉਦੋਂ ਦੇ ਖਟੜਾ ਸਾਹਿਬ ਆ ਅੱਜ ਉਹ ਡਿਬੇਟ ਵਿੱਚ ਵੀ ਕਹਿ ਰਿਹਾ ਕਿ ਨੌਜਵਾਨਾਂ ਦਾ ਕਸੂਰ ਕੋਈ ਨਹੀਂ ਸੀ ਤੇ ਝੂਠਾ ਸਾਬਤ ਹੋਇਆ। ਇਸੇ ਤਰ੍ਹਾਂ ਹੀ ਇਹ ਅਧੂਰੀ ਜਿਹੜੀ ਰਿਪੋਰਟ ਆ ਇਹ ਵੀ ਝੂਠੀ ਸਾਬਤ ਹੋਵੇਗੀ, ਕਿਉਂਕਿ ਇਹਦੇ ਵਿੱਚ ਉਹਨਾਂ ਚਿਰ ਕਿਸੇ ਵੀ ਸਿੱਖ ਨੂੰ ਇਹ ਪ੍ਰਵਾਨ ਨਹੀਂ ਹੋਣੀ, ਨਾ ਤੇ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਪ੍ਰਵਾਨ ਹੋਣੇ ਆ ਤੇ ਨਾ ਫੜ ਕੇ ਮਰਵਾਉਣ ਵਾਲੇ ਪ੍ਰਵਾਨ ਹੋਣੇ ਆ, ਜਿਹੜੇ ਜਾ ਕੇ ਆਪਦੀ ਥੋੜ੍ਹੀ ਜਿਹੀ ਸ਼ੋਹਰਤ ਖਾਤਰ ਆਪਣੀ ਪਬਲਿਸਿਟੀ ਖਾਤਰ ਉਹ ਰਿਪੋਰਟ ਫੜ ਕੇ ਲੈ ਆਉਂਦੇ ਆ ਤੇ ਜਦੋਂ ਸੰਗਤ ਉਹਦੇ ਵਿੱਚ ਵੇਖਦੀ ਆ, ਪੜ੍ਹਦੇ ਆ ਜਾਂ ਜਿੰਨੀ ਕੁ ਹਜੇ ਸਮਝ ਪਈ ਆ ਜਾਂ ਜੋ ਦੂਜਾ ਲਾਣਾ ਜਿਹਦੇ ਤੇ ਦੋਸ਼ ਲੱਗੇ ਸੀ ਉਹ ਅੱਜ ਕਹਿ ਰਿਹਾ ਵੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਵਰਗੀਆਂ ਪੋਸਟਾਂ ਪਾ ਰਹੇ ਨੇ। ਸਾਡੇ ਪੰਥ ਰਤਨ ਕਹਿੰਦੇ ਜੀ ਕਲੀਨ ਹੋ ਕੇ ਨਿਕਲੇ ਆ। ਪਰ ਸੱਜਣੋ ਇੱਕ ਗੱਲ ਦਾ ਜਵਾਬ ਦਿਓ, ਤੁਹਾਡਾ ਰਾਜ ਸੀ ਜਾਂ ਨਹੀਂ ਸੀ? ਹਜੇ ਸਰਕਾਰ ਵਾਲੀ ਗੱਲ ਤੇ ਬਾਅਦ ਕਰਦੇ ਹਾਂ ਆਪਾਂ, ਸਾਨੂੰ ਜਵਾਬ ਦੇ ਦਿਓ ਵੀ 2015 ਚ ਰਾਜ ਕਿਹਦਾ ਸੀ? ਜੇ ਅਧੂਰੀ ਰਿਪੋਰਟ ਵਿੱਚ ਵੀ ਚਲੋ ਇਹਦੀ ਇੱਕ ਗੱਲ ਨੂੰ ਲੈ ਲਈਏ ਵੀ ਉਹਨਾਂ ਨੇ ਮਾਸਟਰ ਮਾਈਂਡ ਸੌਦਾ ਸਾਧ ਨੂੰ ਰੱਖ ਲਿਆ ਤੇ ਦੱਸੋ ਫਿਰ ਸੌਦਾ ਸਾਧ ਤੁਹਾਡੇ ਰਾਜ 'ਚ ਉਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਾ? ਤੁਸੀਂ ਫੜਿਆ ਕਿਉਂ ਨਾ? ਤੁਸੀਂ ਸਹਿ ਦੋਸ਼ੀ ਨਹੀਂ ਹੈਗੇ? ਫਿਰ ਅੱਜ ਤੁਸੀਂ ਬਹੁਤ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਫਰੀ ਮਾਈਂਡ ਮਹਿਸੂਸ ਕਰ ਰਹੇ ਹੋ ਵੀ ਸਾਡਾ ਇੱਦਾਂ ਹੋ ਗਿਆ ਜੀ, ਅਸੀਂ ਤਾਂ ਬਚ ਕੇ ਨਿਕਲ ਗਏ ਜੀ, ਮੂੰਹ ਦੀ ਖਾਣੀ ਪਵੇਗੀ, ਆਹ ਹੋਵੇਗਾ ਉਹ ਹੋਵੇਗਾ। ਪਰੰਤੂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਸਟਿਸ ਜੋਰਾ ਸਿੰਘ ਦੀ ਰਿਪੋਰਟ ਕਿੱਥੇ ਆ? ਕਿਹੜੇ ਖੂਹ ਸੱਟੀ ਆ? ਉਹ ਜਨਤਕ ਕਰਿਓ ਇੱਕ ਵਾਰੀ, ਭਲਾ ਹਿੰਮਤ ਹੈ ਤੁਹਾਡੇ 'ਚ? ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਜਨਤਕ ਕਰੋਗੇ? ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਗੋਲੀकांड ਵਾਲੀ ਰਿਪੋਰਟ ਸੀ ਉਹ ਜਨਤਕ ਕਰੋਗੇ?
ਤੇ ਲੱਖਾਂ ਸੰਗਤਾਂ ਦੀ ਜਿਹੜੀ ਪਬਲਿਕ ਰਿਪੋਰਟ ਆ, ਪਬਲਿਕ ਓਪੀਨੀਅਨ ਆ ਜਿਹੜਾ, ਉਹਦੇ ਵੱਲ ਵੀ ਕਦੇ ਧਿਆਨ ਮਾਰੋਗੇ ਕਿ ਤੁਸੀਂ ਇਕੱਲਾ ਇੱਕ ਜਿਹੜੀ ਇਹ ਅਧੂਰਾ, ਮੈਂ ਤਾਂ ਕਹਿਣਾ ਕਿ ਇਹਦੇ ਵਿੱਚ ਗੋਲੀ ਕਾਂਡ ਨਹੀਂ ਹੈਗਾ, ਬਾਈਬਲ ਨਹੀਂ ਹੈਗਾ, ਕੋਟਕਪੂਰਾ ਗੋਲੀ ਕਾਂਡ ਨਹੀਂ ਹੈਗਾ, ਤਾਂ ਕਰਕੇ ਇਹ ਅਧੂਰਾ ਮਿਸ਼ਨ ਆ। ਫਿਰ ਇਹਦੇ ਵਿੱਚ ਮਲਕਿਆਂ ਵਾਲੀ ਗੱਲ ਨਹੀਂ ਹੋਣੀ, ਇਹਦੇ ਵਿੱਚ ਭਾਈ ਭਗਤੇ ਵਾਲੀ ਰਿਪੋਰਟ ਨਹੀਂ ਹੋਣੀ, ਕਿਉਂਕਿ ਹਜੇ ਉਹ ਜਿਹੜੇ ਆਗੂਆਂ ਕੋ ਹੈਗੀ ਆ, ਸ਼ਾਇਦ ਉਹਨਾਂ ਨੇ ਆਪਦੇ ਕੋਲ ਰੱਖੀ ਆ। ਜੇ ਆਗੂ ਇੰਨੇ ਸਿਰ ਦਾ ਤਾਂ ਉਹਦੀ PDF ਬਣਾ ਕੇ ਲੋਕਾਂ ਨੂੰ ਜਨਤਕ ਕਿਉਂ ਨਹੀਂ ਕਰਦੇ? ਸਰਕਾਰ ਜਨਤਕ ਕਿਉਂ ਨਹੀਂ ਕਰਦੀ ਤਾਂ ਕਿ ਹਰ ਪੜ੍ਹਾ ਲਿਖਾ ਵਰਗ ਉਹਨੂੰ ਪੜ੍ਹੇ, ਉਹਦੇ 'ਤੇ ਸਟੱਡੀ ਕਰੇ ਵੀ ਇਹ 'ਚ ਹੈ ਕੀ ਆ, ਕੀ ਹੈਗਾ। ਪਰ ਅਸੀਂ ਜਿਹੜਾ ਇਹਨੂੰ ਅਧੂਰਾ ਤਾਂ ਕਹਿ ਰਹੇ ਹਾਂ ਵੀ ਜੋ ਅੱਜ ਕੱਲ੍ਹ ਰਾਤ ਮੈਂ ਸਪੋਕਸਮੈਨ ਵੈਬ ਵੀ ਵੇਖ ਰਿਹਾ ਸੀਗਾ, ਉਹਦੇ 'ਤੇ ਇੱਕ ਐਡਵੋਕੇਟ ਕਹਿ ਰਹੇ ਸੀਗੇ, ਕੁਝ ਆਪਣੇ ਅਕਾਲ ਚੈਨਲ 'ਤੇ ਇਹਨਾਂ ਦੇ ਅਕਾਲੀਆਂ ਦੇ ਵਿਰਸਾ ਸਿੰਘ ਵਲਟੋਆ ਹੁਣੀ ਵੀ ਇਹਦੇ 'ਤੇ ਕਹਿ ਰਹੇ ਸੀ ਕਿ ਸਾਨੂੰ ਕਲੀਨ ਚਿੱਟ ਮਿਲ ਗਈ। ਅਸੀਂ ਉਹਦੇ ਬਣਾ 'ਤੇ ਇਹ ਗੱਲ ਕਹਿ ਰਹੇ ਹਾਂ ਵੀ ਹਜੇ ਅਧੂਰੀ ਰਿਪੋਰਟ ਨੂੰ ਲੈ ਕੇ ਛਾਲਾਂ ਨਾ ਮਾਰੋ। ਤਾਂ ਖੋਸਾ ਸਾਹਿਬ, ਤੁਹਾਨੂੰ ਇਸ ਤਰ੍ਹਾਂ ਜਾਪਦਾ ਵੀ ਜਿਹੜਾ ਇਹ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਿੱਦਾਂ ਮੁੱਖ ਬੇਅਦਬੀ ਮਾਮਲਿਆਂ ਦਾ ਮੁੱਖ ਦੋਸ਼ੀ, ਬਰਗਾੜੀ ਬੇਅਦਬੀ ਦਾ ਮੁੱਖ ਦੋਸ਼ੀ ਡੇਰਾ ਸਰਸਾ ਮੁਖੀ ਹੈਗਾ, ਤਾਂ ਉਸ ਵਕਤ ਦੀ ਸਰਕਾਰ ਨੂੰ ਇਹ 'ਚ ਇਨਵੋਲਵ ਨਾ ਕੀਤੇ ਜਾਣਾ ਜਿਹੜਾ ਹੈਗਾ, ਇਹ ਇੱਕ ਵੱਡਾ ਅਧੂਰੀ ਰਿਪੋਰਟ ਕਹਿਣ ਦਾ ਕਾਰਨ ਹੈਗਾ? ਬਿਲਕੁਲ ਜੀ। ਦੇਖੋ ਹੁਣ ਅਕਸਰ ਹੀ ਉਹਨਾਂ ਦੇ ਬਿਆਨ ਆਉਂਦੇ ਸੀ, ਸਾਨੂੰ ਕੀੜੀ ਤੁਰੀ ਜਾਂਦੀ ਦੀਦੀ ਹੈ। ਇਹ ਅੱਜ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਵਾਲੀਆਂ ਬੀਬੀ ਜੀ ਹੁਣੀ ਰਿਪੋਰਟ ਪਾ ਰਹੇ ਆ, ਬੀਬੀ ਜਗੀਰ ਕੌਰ ਪੋਸਟਾਂ ਪਾ ਰਹੇ ਆ, ਜਾਂ ਹੋਰ ਵੀ ਇਹਨਾਂ ਦੇ ਸੋ ਕਾਲਡ ਜਿਹੜੇ ਹੈਗੇ ਆਪਣੇ ਪਾ ਰਹੇ ਆ ਵੀ ਅਸੀਂ ਮਾਰਕਾ ਮਾਰ ਲਿਆ, ਅਸੀਂ ਠੀਕ ਆ। ਤੁਸੀਂ ਠੀਕ ਤਾਂ ਸੀ ਜੇ ਉਦਣ ਜਾਂਚ ਕਰਵਾ ਲੈਂਦੇ, ਜੇ ਉਦਣ ਇਸੇ ਸੌਦੇ ਸਾਧ ਨੂੰ ਫੜ ਕੇ ਤੁਸੀਂ ਫਾਹੇ ਲਾ ਦਿੰਦੇ। ਉਦੋਂ ਤਾਂ ਹੁਣ ਸਨਾਰੀਆ ਚੱਲ ਗਿਆ, ਹੁਣ ਤਾਂ ਤੁਸੀਂ ਪੋਸਟਰਾਂ ਦੀ ਰਾਖੀ ਕਰਵਾਉਂਦੇ ਰਹੇ, ਫਿਲਮ ਦਿਆਂ ਦੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਖਿਲਰੇ ਰਹੇ। ਤੁਹਾਡਾ 62 SGPC ਮੈਂਬਰ ਹੁਣ ਜਿਹੜਾ ਦੁਨੀਆ ਤੋਂ ਚਲੇ ਗਿਆ, ਪਰ ਜਿਹੜੀਆਂ ਉਹਨਾਂ ਨੇ ਕਰਤੂਤਾਂ ਕੀਤੀਆਂ ਉਹ ਤਾਂ ਰਹਿਣੀਆਂ ਨੇ ਨਾ। ਤੁਹਾਡਾ 62 SGPC ਮੈਂਬਰ ਹੈ ਨਾ ਹੀ ਨੌਜਵਾਨਾਂ ਕੋਲੋਂ, ਜੋ ਵੀ ਆ ਗੁਰਪ੍ਰੀਤ ਸਿੰਘ ਜਾਗੋਵਾਲ ਹੋ ਗਿਆ, ਰਾਜਾ ਖਖਰਾਣਾ ਹੋ ਗਿਆ, ਰੁਪਿੰਦਰ ਸਿੰਘ ਜਸਵਿੰਦਰ ਸਿੰਘ ਹੋ ਗਿਆ, ਇਹਨਾਂ ਨੌਜਵਾਨਾਂ ਕੋਲ ਤੁਹਾਡਾ ਮੈਂਬਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਖੋਹਦਾ ਸੀਗਾ। ਜਦੋਂ ਮੈਂ ਆਇਆ ਇੱਥੇ 12 ਅਕਤੂਬਰ ਨੂੰ 10 ਵਜੇ ਨੂੰ ਖੋਹਦਾ ਸੀਗਾ, ਤੇ ਇਹ ਨੌਜਵਾਨ ਉਹਨੂੰ ਧੱਕੇ ਮਾਰਦੇ ਸੀ ਵੀ ਅਸੀਂ ਨਹੀਂ ਤੈਨੂੰ ਦੇਣੇ। ਗੱਲ ਤਾਂ ਇੱਥੋਂ ਹੀ ਚੱਲੀ ਆ ਨਾ ਵੀ ਅੰਗ ਤੈਨੂੰ ਨਹੀਂ ਦੇਣੇ, ਸਰਕਾਰ ਨੂੰ ਨਹੀਂ ਦੇਣੇ। ਉਦੋਂ ਤੁਸੀਂ ਕਿੱਥੇ ਸੀਗੇ? ਕਿਉਂ ਖੋਹਦੇ ਸੀ ਅੰਗ? ਕਿਉਂ ਤੁਹਾਡਾ ਸਾਰਾ ਜ਼ੋਰ ਲੱਗਾ ਹੋਇਆ ਸੀਗਾ ਕਿ ਅੰਗ ਅਸੀਂ ਆਪਦੀ ਉਹ ਸੁਪਰਵਿਜ਼ਨ 'ਚ ਰੱਖਣੇ ਹੈਗੇ ਆ? ਤੁਹਾਨੂੰ ਡਰ ਸੀ। ਤੁਸੀਂ ਜਥੇਬੰਦੀਆਂ ਕਹਿੰਦੀਆਂ ਸੀ ਅੰਗ ਦੇਣੇ ਨਹੀਂ, ਤੁਸੀਂ ਕਹਿੰਦੇ ਸੀ ਅੰਗ ਲੈਣੇ ਆ। ਇਸੇ ਵਿਸ਼ੇ ਕਰਕੇ ਕੋਟਕਪੂਰਾ ਹੋਇਆ। ਕਿਹੜੀ ਮਜਬੂਰੀ ਸੀ? ਬੀਬੀ ਜੀ ਇਹ ਵੀ ਪੋਸਟ ਪਾ ਦਿਓ, ਵਲਟੋਆ ਸਾਹਿਬ ਇਹ ਵੀ ਪੋਸਟ ਪਾ ਦਿਓ, ਦੱਸ ਦਿਓ ਵੀ ਕਿਹੜੀ ਮਜਬੂਰੀ ਸੀ ਵੀ ਤੁਸੀਂ ਅੰਗ ਜਿਹੜੇ ਸੰਗਤਾਂ ਕੋਲ ਖੋਣਾ ਚਾਹੁੰਦੇ ਸੀ। ਤਾਂ ਫਿਰ ਜਿਹੜਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ, ਜਿਸ ਤਰ੍ਹਾਂ ਤੁਸੀਂ ਅੱਜ ਅਕਾਲੀ ਦਲ ਬਾਦਲ ਦੀ ਗੱਲ ਕਰ ਰਹੇ ਹੋ, ਭਗਵੰਤ ਸਿੰਘ ਮਾਨ ਸਭ ਤੋਂ ਵੱਧ ਅਕਾਲੀ ਦਲ ਬਾਦਲ ਨੂੰ ਹਾਸ਼ੀਤ ਰੱਖਦੇ ਨੇ, ਕਿੱਕਰੀ ਸਲਾਉਂਦੇ ਹੁੰਦੇ ਸੀਗੇ, ਕਹਿੰਦੇ ਹੁੰਦੇ ਸੀ ਵੀ ਇਹਨਾਂ ਨੇ ਬੇਅਦਬੀ ਕਰਾਤੀ, ਇਹਨਾਂ 'ਤੇ ਯਕੀਨ ਨਾ ਕਰੋ, ਡਲਾ ਤੋਂ ਡਲਾ ਹੋਤਾ ਹੈ, ਬਹੁਤ ਸਾਰੀਆਂ ਗੱਲਾਂ। ਔਰ ਭਾਈ ਅਮਰੀਕ ਸਿੰਘ ਜੀ ਅਜਨਾਲਾ, ਭਾਈ ਰੇਸ਼ਮ ਸਿੰਘ ਖੁਖਰਾਣਾ, ਇਹ ਸਾਰੇ ਵੀ ਅਕਾਲੀ ਦਲ ਬਾਦਲ ਦੇ ਅਗੇਂਸਟ ਜਿਹੜੇ ਉਸ ਵਕਤ ਧਰਨੇ ਲੱਗਦੇ ਸੀ, ਆਪ ਇਹ ਧਰਨਿਆਂ ਦੀ ਅਗਵਾਈ ਕਰਦੇ ਰਹੇ ਨੇ। ਉਸੇ ਰੋਸ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਸਰਬੱਤ ਖਾਲਸਾ ਦਾ ਇਕੱਠ ਸੀ, ਭਾਈ ਅਜਨਾਲਾ ਸਾਹਿਬ ਨੂੰ ਬੜੀ ਵੱਡੀ ਸੇਵਾ ਜਿਹੜੀ ਪੰਥ ਨੇ ਉੱਥੇ ਦਿੱਤੀ, ਜਾਂ ਉੱਥੇ ਜਿਹੜੇ ਇਹਨਾਂ ਦਾ ਨਾਮ ਲਿਖਵਾਇਆ ਗਿਆ ਹੈਗਾ। ਤਾਂ ਫਿਰ ਹੁਣ ਉਹ ਰਿਪੋਰਟ ਜਿਹਦੇ ਵਿੱਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਕਥਿਤ ਤੌਰ ਤੇ ਕਿਹਾ ਜਾ ਰਿਹਾ, ਉਹ ਦੇ ਦੇਣੀ ਰਿਪੋਰਟ। ਤੁਸੀਂ ਸਾਰੀ ਉਮਰ ਇੱਕ ਪਰਿਵਾਰ ਦੇ, ਇੱਕ ਪਾਰਟੀ ਦੇ ਅਗੇਂਸਟ ਰੌਲਾ ਪਾਉਂਦੇ ਰਹੇ ਵੀ ਇਹਨਾਂ ਨੇ ਬੜਾ ਨੁਕਸਾਨ ਕੀਤਾ, ਪੰਥ ਦਾ ਕੀਤਾ, ਕੌਮ ਦਾ ਕੀਤਾ, ਨੌਜਵਾਨੀ ਦਾ ਕੀਤਾ, ਔਰ ਅੱਜ ਜਿਹੜੀ ਰਿਪੋਰਟ ਦੇ ਵਿੱਚ ਇਹਨਾਂ ਨੂੰ ਕਲੀਨ ਚਿੱਟ ਹੈ, ਤੁਸੀਂ ਲੈ ਕੇ ਫੋਟੋਆਂ ਖਿਚਵਾ ਰਹੇ ਹੋ। ਕੀ ਵਜ੍ਹਾ ਕੀ ਹੈ ਇਹਦੀ? ਦੇਖੋ, ਇਹਦਾ ਤਾਂ ਜਵਾਬ ਉਹ ਦੇ ਸਕਦੇ ਵੀ ਉਹਦੀ ਮਜਬੂਰੀ ਕੀ ਆ। ਮੈਂ ਤਾਂ ਇੱਕ ਸ਼ੱਕ ਜ਼ਾਹਰ ਕਰ ਸਕਦਾ, ਮੈਂ ਤਾਂ ਇੱਕ ਆਪਦਾ ਓਪੀਨੀਅਨ ਦੇ ਸਕਦਾ ਇਹਦੇ ਉੱਤੇ ਵੀ ਇਹਦੇ ਵਿੱਚ ਸਾਡੀ ਉਹਨਾਂ ਵੀਰਾਂ ਦੀ ਨਲਾਇਕੀ ਹੈ। ਜਦੋਂ ਬਰਗਾੜੀ ਮੋਰਚਾ ਲੱਗਦਾ, ਉਹਦਾ ਰਿਜ਼ਲਟ ਕੀ ਹੋਇਆ, ਕੀ ਉਹਦਾ ਰਿਜ਼ਲਟ ਆਇਆ, ਉਹ ਆਪਣਾ ਸਾਰਿਆਂ ਦੇ ਸਾਹਮਣੇ ਆ। ਜਿੱਤ ਹੋਈ ਜਾਂ ਹਾਰ ਹੋਈ, ਪਰੰਤੂ ਅਜਨਾਲਾ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਮੈਂ ਇਹਦਾ ਹਿੱਸਾ ਨਹੀਂ। ਸਰਬੱਤ ਖਾਲਸਾ 'ਚ ਜਿੱਦਾਂ ਜਥੇਦਾਰੀਆਂ ਵਾਲਾ ਸਿਸਟਮ ਹੋਇਆ, ਵੰਡੀਆਂ ਗਈਆਂ ਹੋਇਆ, ਸਾਰਾ ਕੁਝ ਹੋਇਆ, ਉਹਦੇ ਤੋਂ ਵੀ ਇਹਨਾਂ ਨੇ ਸਭ ਤੋਂ ਪਹਿਲਾਂ ਰਿਜ਼ਾਈਨ ਦੇ ਦਿੱਤਾ ਸੀ ਕਿ ਮੈਂ ਇਹਦਾ ਹਿੱਸਾ ਨਹੀਂ। ਹੁਣ 328 ਸਰੂਪ ਦੀ ਗੱਲ ਕਰਦੇ ਨੇ,
ਬਟਾਲੇ ਦੀ ਧਰਤੀ ਤੇ ਮੈਂ ਇਹਨਾਂ ਨੂੰ ਹੱਥ ਜੋੜਨ ਗਿਆ ਸੀ ਕਿ ਤੁਸੀਂ ਇਹਦੇ ਵਿੱਚ ਸ਼ਾਮਲ ਹੋਵੋ, ਆਪਾਂ ਐਸਜੀਪੀਸੀ ਤੇ ਦਬਾਅ ਬਣਾਈਏ। ਇਹ ਮੰਨੇ ਨਹੀਂ ਸੀ, ਭਾਵ ਕਿ ਇਹ ਉਹਦਾ ਵੀ ਹਿੱਸਾ ਨਹੀਂ ਸੀ। ਕੌਣ ਭਾਈ ਅਜਨਾਲਾ ਸਾਹਿਬ ਉਹਦਾ ਹਿੱਸਾ ਨਹੀਂ ਸੀ। ਇੱਕ ਦਿਨ ਦੀ ਵੀ ਜੇ ਹਾਜ਼ਰੀ ਹੋਵੇ ਤੇ ਮੈਂ ਕੌਮ ਦਾ ਦੇਣਦਾਰ ਹਾਂ। ਅੱਛਾ, ਬਰਗਾੜੀ ਦਾ ਇਹ ਹਿੱਸਾ ਨਹੀਂ ਬਣਦੇ, 328 ਸਰੂਪ ਦਾ ਇਹ ਹਿੱਸਾ ਨਹੀਂ ਬਣਦੇ, ਜਿਹੜਾ ਮੰਡੀ ਵਿੱਚ ਮੋਰਚਾ ਲੱਗਾ ਰਿਹਾ ਉਹਦਾ ਇਹ ਹਿੱਸਾ ਬਣਨਾ ਨਹੀਂ ਚਾਹੁੰਦੇ, ਤੇ ਕਿਉਂ ਫਿਰ ਇਹ ਕਿਹੜੇ ਹੱਕ ਹਕੂਕ ਦੇ ਨਾਲ ਸਰਕਾਰ ਕੋਲੋਂ ਰਿਪੋਰਟ ਮੰਗਣ ਚਲੇ ਗਏ? ਜੇ ਕਿਸੇ ਪ੍ਰੋਟੈਸਟ ਦਾ ਹਿੱਸਾ ਨਹੀਂ ਬਣੇ, ਹਾਲਾਂਕਿ ਇਹ 'ਚ ਵੀ ਇਤਿਹਾਸ ਗਵਾ ਕਿ ਭਾਈ ਅਜਨਾਲਾ ਸਾਹਿਬ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਮਾਝੇ ਦੇ ਵਿੱਚ ਜਿੰਨੇ ਵੀ ਵੱਡੀਆਂ ਘਟਨਾਵਾਂ ਵਾਪਰਦੀਆਂ ਰਹੇ ਨੇ ਆਪਣਾ ਜੱਥਾ ਲੈ ਕੇ ਪਹੁੰਚਦੇ ਰਹੇ ਨੇ ਸਤਿਕਾਰ ਕਮੇਟੀਆਂ ਦੇ ਵਿੱਚ, ਜਿੱਥੇ ਤੁਸੀਂ ਵੀ ਬੜੀ ਵੱਡੀ ਸੇਵਾ ਕੀਤੀ, ਉਹਨਾਂ ਨੇ ਆਪਣੇ ਇਲਾਕੇ 'ਚ ਕੀਤੀ ਹੈ। ਪਰ ਹੁਣ ਇਹ ਰਿਪੋਰਟ ਪੰਜ ਸਿੰਘ ਜਾ ਕੇ ਲਿਆਉਣਾ, ਔਰ ਉਹ ਪੰਜ ਸਿੰਘ ਜਿਹੜੇ ਪਿਛਲੇ 5 ਸਾਲਾਂ ਤੋਂ ਐਕਟਿਵ ਵੀ ਬਹੁਤੇ ਨਾ ਹੋਣ ਬੇਅਦਬੀ ਮਾਮਲਿਆਂ ਨੂੰ ਲੈ ਕੇ, ਬਾਈਬਲ ਕਿਲ੍ਹਾ ਗੋਲੀਕਾਂਡ ਨੂੰ ਲੈ ਕੇ ਪਰਿਵਾਰ ਨੇ ਅਲੱਗ ਮੋਰਚਾ ਲਾਇਆ ਹੋਇਆ ਹੈ, ਜਾਂ 328 ਸਰੂਪ ਦਾ ਮਾਮਲਾ ਉਹ ਤੁਸੀਂ ਵੀ ਲਾਇਆ ਹੋਇਆ, ਭਾਈ ਬਲਦੇਵ ਸਿੰਘ ਵਡਾਲਾ ਨੇ ਲਾਇਆ ਹੋਇਆ, ਤਾਂ ਕਦੇ ਐਕਟਿਵ ਨਾ ਰਹਿਣ ਵਾਲੇ ਜਿਹੜੇ ਪੰਜ ਸਿੱਖ ਨੇ, ਇਹ ਭਗਵੰਤ ਮਾਨ ਸਰਕਾਰ ਦੇ ਨਾਲ ਇੰਨੀ ਨੇੜਤਾ, ਇੱਕਦਮ ਦਫ਼ਤਰ ਦੇ ਵਿੱਚ ਮੀਟਿੰਗ ਹੋਣੀ, ਰਿਪੋਰਟ ਇਹਨਾਂ ਨੂੰ ਸੌਂਪ ਦੇਣੀ, ਇਹ ਕੀ ਮਾਜਰਾ ਕੀ ਹੈ? ਦੇਖੋ ਜੀ, ਇਹਨਾਂ ਨੇ ਅਨਾਉਂਸ ਕੀਤਾ ਸੀਗਾ ਇੱਕ ਦਿਨ ਮੇਰੇ ਜਲੰਧਰ ਜ਼ਿਲ੍ਹੇ ਵਿੱਚ ਹੀ ਇਹਨਾਂ ਨੇ ਉਹ ਪ੍ਰੈਸ ਕਾਨਫਰੰਸ ਕੀਤਾ ਸੀ। ਇਹਨਾਂ ਨੇ ਕਿਹਾ ਸੀ ਕਿ ਅਸੀਂ 5 ਜੂਨ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਾ, 5 ਜੁਲਾਈ ਨੂੰ 5 ਜੁਲਾਈ ਨੂੰ ਘਿਰਾਓ ਕਰਨਾ। ਤੇ ਮੈਂ ਤਾਂ ਹੈਰਾਨ ਆ ਵੀ ਆਹ ਨੌਜਵਾਨ ਨੂੰ ਜਿੱਥੇ ਆਪਾਂ ਬੈਠੇ ਆ, ਇਹ ਸਾਰੀ ਟੀਮ ਇਹਨਾਂ ਦੀ ਜਿੰਨੇ ਵੀ ਨੌਜਵਾਨ ਵਿਚਾਰੇ ਹੈਗੇ, ਸੁਖਰਾਜ ਸਿੰਘ, ਗੁਰਜੀਤ ਸਿੰਘ ਹੁਣਾਂ ਦੇ, ਬਿੱਟੂ ਹੁਣਾਂ ਦੇ ਪਿਤਾ ਜੀ, ਇਹਨਾਂ ਦੇ ਬਾਬਾ ਜੀ, ਇਹ ਸਾਰੇ ਜਾਂ ਹੋਰ ਨੌਜਵਾਨ ਜਿੰਨੇ ਵੀ ਇਹਨਾਂ ਦੇ ਨਾਲ ਸੁਹਿਰਦ ਹੈਗੇ, ਉਹ ਸਾਰੇ ਬੈਠਿਆਂ ਨੂੰ ਮੇਰਾ ਖਿਆਲ 6-7 ਮਹੀਨੇ ਹੋ ਗਏ ਇੱਥੇ। ਇਹ ਕਾਹਦੇ ਵਾਸਤੇ ਬੈਠੇ ਆ? ਇਹ ਉਸੇ ਹੀ ਕੰਮ ਨੂੰ ਬੈਠੇ ਆ, ਸਰਕਾਰ 'ਤੇ ਦਬਾਅ ਪਾਉਣ ਨੂੰ, ਜਿਹੜਾ ਕੰਮ ਸਰਦਾਰ ਅਜਨਾਲਾ ਸਾਹਿਬ, ਖੁਖਰਾਣਾ ਸਾਹਿਬ ਕਰ ਆਏ ਆ ਉੱਥੇ ਜਾ ਕੇ। ਇਹਨਾਂ ਦੀ ਕਦੇ ਇੱਕ ਦਿਨ ਦੀ ਵੀ ਇੱਥੇ ਹਾਜ਼ਰੀ ਹੋਵੇ। ਵੈਸੇ ਤਾਂ ਹਰ ਇੱਕ ਸਿੱਖ ਗੁਰੂ ਦੀ ਬੇਅਦਬੀ ਵਾਸਤੇ ਲੜਦਾ ਕਰਦਾ ਆ, ਹੈ ਨਾ। ਜੇ ਇਹਨਾਂ ਦੇ ਕੋਈ ਸਾਡੇ ਆਪਸ ਵਿੱਚ ਕੋਈ ਕਿਸੇ ਤਰ੍ਹਾਂ ਦੇ ਮਤਭੇਦ ਹੈ, ਪਰੰਤੂ ਗੁਰੂ ਗ੍ਰੰਥ ਸਾਹਿਬ ਵਾਸਤੇ ਤਾਂ ਅਸੀਂ ਇਕੱਠੇ ਹੈਗੇ ਹਾਂ। ਕਿ ਇਹਨਾਂ ਲੋਕਾਂ ਨੂੰ ਜਾਂ ਜਿਹੜੇ ਹੋਰ ਇਹਨਾਂ ਦੇ ਸਰਬੱਤ ਖਾਲਸਾ ਦੇ 2 ਜਿਹੜੇ ਹੋਰ ਵੀਰ ਹੈਗੇ ਆ ਨਾਲ ਜਥੇਦਾਰ ਬਣੇ ਸੀ, ਉਹਨਾਂ ਨੂੰ ਤੇ ਭਰੋਸੇ ਵਿੱਚ ਲੈ ਲੈਂਦੇ, ਜਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜਾਈ ਲੜੀ ਜਾ ਰਹੀ ਹੈ ਇੱਥੇ ਹਜੇ ਵੀ ਉਹ ਚੱਲਦੇ ਆ, ਜਿੱਦਾਂ ਦੇ ਜਿਹੜੇ ਤਰੀਕਾ ਕਿਸੇ ਕੋ ਜਿੰਨਾ ਹੋ ਰਿਹਾ ਉਹਨਾਂ ਨੂੰ ਭਰੋਸੇ 'ਚ ਲੈ ਲਿਆ, ਆਪਦੇ ਬਾਕੀ ਸੰਗੀ ਸਾਥੀਆਂ ਨੂੰ ਭਰੋਸੇ 'ਚ ਲੈ ਲਿਆ। ਚਲੋ ਬਾਕੀ ਗੱਲ ਛੱਡੋ, ਸਾਰੀਆਂ ਸਤਿਕਾਰ ਕਮੇਟੀਆਂ ਵੀ ਭਰੋਸੇ 'ਚ ਲੈ ਲਈਆਂ। ਇਹ ਨੌਜਵਾਨ ਨੂੰ ਇੱਥੇ 6 ਮਹੀਨੇ ਹੋ ਗਏ ਬੈਠੇ ਨੂੰ, ਇਹਨਾਂ ਨੂੰ ਭਰੋਸੇ 'ਚ ਲੈ ਲਿਆ। ਕਮ ਸੇ ਕਮ ਸਾਡੀ ਕੋਈ ਸਟ੍ਰੈਟਜੀ ਤੇ ਹੋਣੀ ਚਾਹੀਦੀ ਸੀ। ਮੇਰੇ ਖਿਆਲ ਮੁਤਾਬਕ ਸਾਡੀ ਨਲਾਇਕ ਲੀਡਰਸ਼ਿਪ ਨਾਲ ਅਸੀਂ ਇੱਕ ਵਾਰੀ ਫੇਰ ਫੇਲ ਹੋਏ ਹਾਂ, ਸਰਕਾਰ ਨੂੰ ਦਬਾਅਹੀਣ ਕੀਤਾ ਆ। ਤੇ ਜਿਹੜੇ ਪਰਿਵਾਰ ਦੇ ਰਾਜ ਵਿੱਚ ਇਹ ਗੱਲ ਹੋਈ ਸੀ, ਉਹਨਾਂ ਨੂੰ ਇੱਕ ਤਰ੍ਹਾਂ ਆਕਸੀਜਨ ਦਿੱਤੀ ਆ ਸਾਡੇ ਹੋਸ਼ੇਪਣ ਨੇ। ਸਾਡੀ ਜਿਹੜੀ ਇਹ ਬਲੰਡਰ ਮਿਸਟੇਕ ਹੋਈ ਆ ਸਾਡੇ ਬੰਦਿਆਂ ਕੋਲੋਂ, ਉਹਨਾਂ ਨੂੰ ਕਰਨੀ ਨਹੀਂ ਸੀ ਚਾਹੀਦੀ। ਔਰ ਸਰਕਾਰ ਨੇ ਆਪਦੀ ਕੋਠੀ ਦਾ ਘਿਰਾਓ ਬਚਾਉਣ ਦੀ ਖਾਤਰ ਇਹਨਾਂ ਨੂੰ ਇੱਕ ਲੋਲੀਪੌਪ ਦਿੱਤਾ ਅਧੂਰੀ ਰਿਪੋਰਟ 'ਚ। ਇੱਕ ਦੂਜੀ ਗੱਲ, ਜਿਹੜੇ ਬੰਦੇ ਉੱਥੇ ਗਏ ਉਹ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ, ਕਿੱਦਾਂ ਉਹ ਮੀਟਿੰਗਾਂ ਅਟੈਂਡ ਕਰ ਰਹੇ ਆ, ਕਿੱਦਾਂ ਦੇ ਉਹਨਾਂ ਦੇ ਆਮ ਆਦਮੀ ਪਾਰਟੀ ਨਾਲ ਸੰਬੰਧ ਆ। ਮੈਨੂੰ ਲੱਗਦਾ ਵੀ ਸਰਕਾਰ ਨੇ ਆਪਦੇ ਅਲੈਚੀਆਂ ਨੂੰ ਬੁਲਾ ਕੇ ਆਪਣਾ ਬੋਝ ਹਲਕਾ ਕੀਤਾ ਆ ਤੇ ਪੰਥ ਦੇ ਪਿੱਠ ਵਿੱਚ ਛੁਰਾ ਮਾਰਿਆ ਆ। ਤਾਂ ਇੱਕ ਗੱਲ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੇ ਮਨ 'ਚ ਆਉਂਦੀ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਸਿੱਖਾਂ ਦੇ ਮਨ ਦੇ ਵਿੱਚ ਆਪ ਦੇ ਪ੍ਰਤੀ ਇੱਕ ਰੋਸ ਹੈਗਾ। ਉਹ ਇਲੈਕਸ਼ਨਾਂ ਤੋਂ ਪਹਿਲਾਂ ਵੀ ਸੀਗਾ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਹੈਗਾ, ਜਾਂ ਕੇਜਰੀਵਾਲ ਦੀਆਂ ਪੰਜਾਬ ਫੇਰੀਆਂ ਨੂੰ ਲੈ ਕੇ ਹੈਗਾ, ਰਾਜ ਸਭਾ ਦੀਆਂ ਸੀਟਾਂ ਗੈਰ ਪੰਜਾਬੀਆਂ ਨੂੰ ਦੇਣ ਨੂੰ ਲੈ ਕੇ ਹੈਗਾ। ਤਾਂ ਇਹਨੂੰ ਲੈ ਕੇ ਸਿੱਖਾਂ ਦਾ ਦਬਾਅ ਜਿਹੜਾ ਸੀਗਾ ਭਗਵੰਤ ਮਾਨ ਦੀ ਸਰਕਾਰ 'ਤੇ ਸੀਗਾ। ਹੁਣ ਸਿੱਖਾਂ ਦੇ ਵਿੱਚ ਵੀ ਕੁਝ ਧਿਰਾਂ ਹੈਗੀਆਂ ਨੇ
ਜਿੱਦਾਂ ਪਿਛਲੇ ਸਮੇਂ ਜਦੋਂ ਬਾਈਬਲ ਕਲਾਂ ਮੋਰਚਾ ਪਰਿਵਾਰ ਦਾ ਲੱਗਿਆ ਹੋਇਆ, ਅਜਨਾਲਾ ਸਾਹਿਬ ਵੱਲੋਂ ਸੁਖਰਾਜ ਸਿੰਘ ਵੱਲੋਂ ਅਜਨਾਲਾ ਸਾਹਿਬ ਦੇ ਉੱਤੇ ਕੁਝ ਬਿਆਨਬਾਜ਼ੀ ਹੋਈ ਹੈ, ਜਿਹਦੇ ਕਰਕੇ ਮਨਮੁਟਾਵ ਸਾਹਮਣੇ ਆਏ ਨੇ। ਤਾਂ ਕੀ ਭਗਵੰਤ ਮਾਨ ਨੇ ਇੱਕ ਪਲੈਨਿੰਗ ਤਹਿਤ ਪੱਤਾ ਵੀ ਖੇਡਿਆ ਹੋ ਸਕਦਾ ਵੀ ਉਹਨਾਂ ਨੂੰ ਅੱਪ ਕਰ ਦਿਓ ਥੋੜਾ ਜਿਹਾ, ਤਾਂ ਕਿ ਇਹ ਆਪਸ ਦੇ ਵਿੱਚ ਉਲਝ ਜਾਣ ਤੇ ਸਰਕਾਰ ਦੇ ਉੱਤੇ ਦਬਾਅ ਜਿਹੜਾ ਪੈਣਾ ਸੀਗਾ ਉਹ ਆਪਸ ਦੇ ਵਿੱਚ ਉਲਝ ਜਾਣ? ਸਰਦਾਰ ਸਾਹਿਬ ਜਦੋਂ ਭਗਵੰਤ ਮਾਨ ਸਪੀਚਾਂ ਕਰਦੇ ਸੀਗੇ, ਹਜੇ ਉਹ ਸਰਕਾਰ ਨਹੀਂ ਸੀਗੇ ਬਣੇ, ਉਦੋਂ ਆਮ ਬੰਦੇ ਸੀਗੇ, ਆਮ ਵਿਅਕਤੀ ਸੀਗੇ। ਜਦੋਂ ਵੀ ਕੋਈ ਸਰਕਾਰ ਦਾ ਹਿੱਸਾ ਬਣਦਾ ਵਾ, ਭਾਵ ਕਿ ਉਹ ਮੁੱਖ ਮੰਤਰੀ ਬਣਦਾ ਜਾਂ MLA ਬਣਦਾ, ਉਹ ਫਿਰ ਤੁਹਾਡਾ ਨਹੀਂ ਰਹਿ ਜਾਂਦਾ, ਉਹ ਸਟੇਟ ਦਾ ਹੋ ਜਾਂਦਾ, ਉਹਨੂੰ ਸਟੇਟ ਪਿਆਰੀ ਲੱਗਣ ਲੱਗ ਪੈਂਦੀ ਆ। ਹੁਣ ਸਟੇਟ ਜਿਹੜੀ ਆ ਦਿੱਲੀ ਦੇ ਅਧੀਨ ਆ। ਕੋਈ ਵੀ ਸਟੇਟ ਹੋਵੇ, ਚਾਹੇ ਕਾਂਗਰਸ ਆ ਜਾਵੇ ਸਟੇਟ ਦੇ ਉੱਤੇ ਰਾਜ ਕਰ ਲਵੇ, ਚਾਹੇ ਅਕਾਲੀ ਦਲ ਆ ਜਾਵੇ, ਚਾਹੇ ਆਮ ਆਦਮੀ ਪਾਰਟੀ ਆ ਜਾਵੇ, ਕਿਉਂਕਿ ਉਹ ਪੋਲੀਟੀਕਲ ਲੋਕ ਆ, ਉਹਨਾਂ ਨੇ ਆਪਣੀ ਗੱਲ ਨੂੰ ਲੁਕਾਉਣਾ ਤੇ ਦੂਜੇ ਦੀ ਨੂੰ ਛਾਲਣਾ ਹੁੰਦਾ। ਪਰੰਤੂ ਇਹ ਜੱਗ ਜ਼ਾਹਰ ਹੈ, ਕੌੜਾ ਸੱਚ ਹੈ ਵੀ ਜਿਹੜਾ ਪੰਜਾਬ ਹੈ, ਜਿਹੜੀ ਪੰਜਾਬ ਸਟੇਟ ਹੈ, ਇਹ ਦਿੱਲੀ ਦੇ ਅਧੀਨ ਆ। ਤੇ ਦਿੱਲੀ ਕਦੋਂ ਚਾਹੂਗੀ ਕਿ ਸਿੱਖਾਂ ਨੂੰ ਇਨਸਾਫ ਮਿਲ ਜਾਏ? ਦਿੱਲੀ ਨੇ 78 ਕਰਵਾਇਆ, 55 ਤੋਂ ਸ਼ੁਰੂ ਹੋਏ ਆ, 78, 84, 15, 2015 ਤੇ 2019 ਵਿੱਚ ਗੁਰੂ ਗ੍ਰੰਥ ਸਾਹਿਬ 328 ਸਰੂਪਾਂ ਵਾਲਾ ਇਹ ਹੋਇਆ। ਹੁਣ ਭਗਵੰਤ ਮਾਨ, ਮੈਂ ਨਾ ਵੀ ਸਿਆਣੇ ਆ, ਉੱਦਾਂ ਬਹੁਤ ਵਧੀਆ ਉਹਨਾਂ ਨੇ ਚੰਗਾ ਕੰਮ ਕੀਤਾ, ਪਰ ਉਹਨਾਂ ਨੂੰ ਕੰਧ 'ਤੇ ਲਿਖਿਆ ਨਹੀਂ ਪੜ੍ਹਨਾ ਆਉਂਦਾ। ਹਜੇ ਬੜੀ ਲਾਹ ਲੱਥੀ ਤੁਹਾਡੇ ਮਾਲਵੇ ਵਾਲਿਆਂ ਦੇ ਕਹਿਣ ਨੂੰ ਲਾਈ ਲੱਤੀ ਹੋਈ ਹੈ ਜਿਹੜੀ ਉਹ ਸੀਟ ਗਈ ਹੈ। ਪੰਥ ਲਈ ਤੇ ਚੰਗੀ ਗੱਲ ਹੈ, ਪਰ ਇਹਨਾਂ ਨੇ ਸਿੱਖਾਂ ਦਾ ਰੋਸ ਨਹੀਂ ਵੇਖਿਆ। ਉਹ ਹੋਈ ਇਸੇ ਕਾਰਨ ਵੀ ਜਿਹੜਾ 24 ਘੰਟਿਆਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਣ ਦੀਆਂ ਗੱਲਾਂ ਕਰਦੇ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ, ਤੇ ਇਹ ਵੀ ਉਹ 3 ਮਹੀਨਿਆਂ 'ਚ ਕੋਈ ਗੱਲ ਨਹੀਂ ਕਰ ਸਕੇ। ਫਿਰ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੇ ਬਾਕੀ ਦੇ ਮੁੱਦੇ ਇਹਨਾਂ ਦੇ ਪੋਲੀਟੀਕਲ ਆ, ਉਹਦੇ 'ਚ ਅਸੀਂ ਪੈਣਾ ਹੀ ਨਹੀਂ ਚਾਹੁੰਦੇ। ਉਹ ਹਜੇ ਮੈਂ ਵੀ ਕਹਿੰਦਾ ਵੀ ਲੋੜ ਟਾਈਮ ਤੋਂ ਪਹਿਲਾਂ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਆਰਥਿਕ ਦਾ ਮਸਲਾ ਹੈਗਾ, ਉਹ ਸਰਕਾਰ ਆਪਣਾ ਕਰੇ, ਕਿਵੇਂ ਕਰਦੀ ਹੈ, ਕੀ ਕਰਦੀ, ਉਹ ਨੈਕਸਟ ਟਾਈਮ ਵਿੱਚ ਬੋਲਾਂਗੇ। ਹਾਂ, ਪਾਣੀਆਂ ਤੇ ਜਿਹੜਾ ਮੱਤੇ ਵਾਲਾ ਜੰਗਲ ਹੈਗਾ, ਉਹ ਇਹਨਾਂ ਦੀ ਗਲਤ ਸਟੇਟਮੈਂਟ ਉਹਨੇ ਲੈ ਕੇ ਬਹਿਣਾ। ਹੁਣ ਆਈਏ ਆਪਾਂ ਫਿਰ ਉੱਥੇ ਹੀ ਗੁਰੂ ਗ੍ਰੰਥ ਸਾਹਿਬ 'ਤੇ। ਭਗਵੰਤ ਮਾਨ ਜੀ, ਬਾਦਲਾਂ ਨੇ 15 'ਚ ਕੀਤਾ ਰਾਜ 'ਚ, ਨਹੀਂ ਇਨਸਾਫ ਦਿੱਤਾ। ਅੱਜ ਹਾਲਾਤ, ਕੈਪਟਨ ਨੇ ਗੁਟਕਾ ਫੜ ਕੇ ਐਲਾਨ ਕੀਤਾ, ਨਹੀਂ ਇਨਸਾਫ ਦਿੱਤਾ। ਅੱਜ ਹਾਲਾਤ, ਅਜਨਾਲਾ ਜੀ ਤੇ ਭਗਵੰਤ ਮਾਨ ਸਾਹਿਬ, ਮੰਡ ਨੇ ਮੋਰਚਾ ਲਾਇਆ, ਸੰਗਤਾਂ ਨੂੰ ਇਨਸਾਫ ਨਹੀਂ ਲੈ ਕੇ ਦਿੱਤਾ। ਵਿੱਚੇ ਦੂਜੇ ਦਾਦੂਵਾਲ ਵੀ ਸੀਗੇ, ਬਾਕੀ ਲੋਕ ਸਾਡੇ ਵਰਗੇ ਤਾਂ ਪਿੱਛੋਂ ਆਉਣ ਵਾਲੇ ਸੀ ਨਾ, ਜਿਹੜੇ ਡਿਕਟੇਟਰ ਸੀ, ਨਹੀਂ ਇਨਸਾਫ ਲੈ ਕੇ ਦਿੱਤਾ। ਅੱਜ ਦੇ ਹਾਲਾਤ ਕਿੱਥੇ ਗਏ? ਭਗਵੰਤ ਮਾਨ ਜੀ, ਤੁਸੀਂ ਇਨਸਾਫ ਨਾ ਦਿੱਤਾ, ਅਧੂਰੀ ਰਿਪੋਰਟ ਨੂੰ ਪੇਸ਼ ਕਰਕੇ ਆਪਣੇ ਸਿਆਸੀ ਭਾਈਵਾਲਾਂ ਨੂੰ, ਕਿਉਂਕਿ ਅੰਦਰ ਤੇ ਉਹ ਫਿਲਮ ਵਾਲਾ ਹੀ ਕੰਮ ਆ ਨਾ ਇਹਨਾਂ ਦਾ, ਵੀ ਲੱਕੜਾਂ 'ਚ ਚਿਣਿਆ ਹੁੰਦਾ ਹੀਰੋ, ਤੇ ਅੰਦਰ ਜਾ ਕੇ ਇਕੱਠੇ ਰੋਟੀਆਂ ਖਾਈ ਜਾਂਦੇ ਹੁੰਦੇ, ਪਹਿਲਾਂ ਗਲਮੋ ਗਲਮੀ ਹੋਈ ਜਾਂਦੇ ਆ। ਜੇ ਤੁਹਾਡਾ ਹੋ ਸਕਦਾ ਕੋਈ ਵਿੰਗਾ ਟੇਢਾ ਸਮਝੌਤਾ ਹੋ ਗਿਆ ਹੋਵੇ, 4 ਛਿੱਲੜ ਜਾਂ ਕੋਈ ਪ੍ਰਭਤਾ ਜਾਂ ਕੋਈ ਇਹੋ ਜਿਹੀ ਗੱਲ ਤਾਂ ਹੋ ਸਕਦੀ ਆ, ਪਰ ਪੰਜਾਬ ਦੀ ਰਾਜ ਗੱਦੀ ਨਹੀਂ ਜੇ ਮਿਲਣੀ। ਜਿਹੜੇ ਰਾਹ ਉਹ 2 ਟੀਮਾਂ ਗਈਆਂ, ਉਸੇ ਰਾਹ ਤੁਹਾਨੂੰ ਜਾਣਾ ਪਊਗਾ। ਤੇ ਜਿਹੜੇ ਲੋਕ ਅਣਜਾਣਪੁਣੇ ਵਿੱਚ ਇਹ ਤੁਹਾਡੀ ਜਿਹੜੀ ਅਧੂਰੀ ਗੱਲ ਲਿਆ ਕੇ ਸੰਗਤਾਂ ਵਿੱਚ ਪੇਸ਼ ਕਰ ਰਿਹਾ, ਉਹ ਵੀ ਇਤਿਹਾਸ, ਉਹ ਚੰਗੇ ਨੇ ਸਾਰੇ, ਚੰਗੇ ਸਿੱਖ ਹੈਗੇ ਨੇ, ਉਹਨਾਂ ਨੂੰ ਵੀ ਇਤਿਹਾਸ ਤੋਂ ਜਾਣੂ ਹੋ ਜਾਣਾ ਚਾਹੀਦਾ ਸੀ। ਉਹਨਾਂ ਨੂੰ ਜਾਣੇ ਅਣਜਾਣੇ ਇਸ ਜਿਹੜੀ ਅੱਗ ਦੇ ਭਾਂਬੜ ਨਾਲ ਨਹੀਂ ਖੇਡਣਾ ਚਾਹੀਦਾ ਸੀ। ਤਾਂ ਇਹਨੇ ਸੁਖਜੀਤ ਸਿੰਘ ਖੋਸਾ ਵੀ ਤੇ ਦਿਨ ਭਗਵੰਤ ਮਾਨ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਦੀ ਰਿਪੋਰਟ ਜਿਹੜੀ ਹੈਗੀ ਹੈ ਉਹ
ਸਿੱਖ ਜਥੇਬੰਦੀਆਂ ਦੇ 5 ਆਗੂਆਂ ਨੂੰ ਸੌਂਪਣ ਤੋਂ ਬਾਅਦ ਚਰਚਾ ਜਿਹੜੀ ਹੈਗੀ ਚੱਲ ਰਹੀ ਹੈਗੀ ਆ, ਤਾਂ ਤੁਹਾਨੂੰ ਜਾਪਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਉੱਥੇ ਨਹੀਂ ਗਈਆਂ ਪਰ ਬੇਅਦਬੀ ਮਾਮਲਿਆਂ ਨੂੰ ਲੈ ਕੇ, ਗੋਲੀकांड ਮਾਮਲੇ ਨੂੰ ਲੈ ਕੇ, ਸਿੱਖਾਂ ਦੇ ਉੱਤੇ ਹੁੰਦੇ ਧੱਕਿਆਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਉਹ ਸੰਘਰਸ਼ ਕਰਦੀਆਂ ਰਹਿੰਦੀਆਂ ਨੇ, ਕੁਛ ਉਹ ਵੱਖਰਾ ਪਲੈਨਿੰਗ ਜਾਂ ਵੱਖਰਾ ਪ੍ਰੋਗਰਾਮ ਜਾਂ ਸਰਕਾਰ ਦੇ ਲਈ ਕੋਈ ਸੁਨੇਹਾ ਇਕੱਠੇ ਹੋ ਕੇ ਦੇ ਸਕਦੇ ਨੇ, ਅੰਦਾਜ਼ਾ ਹੈ? ਮੈਂ ਕਿਹਾ ਜੀ ਸਰਕਾਰ ਲਈ ਇਹ ਸੁਨੇਹਾ ਹੈ। ਮੈਂ 150 ਕਿਲੋਮੀਟਰ ਤੋਂ ਚੱਲ ਕੇ ਆਇਆ ਇੱਥੇ, ਅੱਜ ਟਾਈਮ ਦੇਖੋ ਘੜੀ ਤੇ ਕਿੰਨਾ ਹੋਇਆ। ਮੇਰੇ ਤਾਂ ਅੰਦਰ ਕੁਝ ਉਬਲ ਰਿਹਾ, ਤੇ ਹੋ ਸਕਦਾ ਜਿਹੜੇ ਘਰ ਬੈਠੇ ਆ ਮੇਰੇ ਤੋਂ ਵੱਧ ਉਹਨਾਂ ਦੇ ਉਬਲ ਰਿਹਾ ਹੋਵੇ। ਸਰਕਾਰੇ ਕੰਧ ਤੇ ਲਿਖਿਆ ਪੜ੍ਹ ਲਾ, 11 ਦਿਨ ਸੜਕਾਂ ਬਲੌਕ ਹੋਈਆਂ ਸੀਗੀਆਂ ਪੰਜਾਬ ਦੀਆਂ, 11 ਦਿਨ ਇੱਥੇ ਹੀ। ਔਰ ਮੈਂ ਕੋਈ ਐ ਨਹੀਂ ਹੈਗਾ ਕਿ ਐਵੇਂ ਕਹੀ ਜਾਂਦਾ। ਆ ਜਿੱਥੇ ਮੈਂ ਬੈਠਾ ਇੱਧਰਲੇ ਪਾਸੇ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦਾ ਉਹ ਹੋਇਆ ਸੀਗਾ ਜਿਹੜਾ ਸ਼ਹੀਦੀ ਇੱਥੇ, ਔਰ ਮੈਂ ਸਾਰੀ ਰਾਤ ਉਦਣ ਇੱਥੇ ਸੀਗਾ। ਇੱਥੇ ਦੇ ਬਾਬਾ ਚੇਤਾ ਸਿੰਘ ਵਿਚਾਰਾ ਬਜ਼ੁਰਗ, ਉਹਦਾ ਨਾਂ। ਇੱਥੇ ਥੋੜ੍ਹੇ ਜਿਹੇ ਬੰਦੇ ਅਸੀਂ ਬੈਠੇ ਸੀ। ਮੈਂ ਉਦਣ ਤੋਂ ਆਉਨੇ ਆ, ਜਿੱਥੇ ਬੋਲਣ ਦਾ ਮੌਕਾ ਮਿਲਦਾ ਬੋਲ ਵੀ ਜਾਂਦੇ ਆ, ਜਿੱਥੇ ਚੁੱਪ ਕਰਨਾ ਉੱਥੇ ਚੁੱਪ ਕਰਕੇ, ਜਦੋਂ ਕੋਈ ਆਪਣੇ ਆਪ ਨੂੰ ਸੀਨੀਅਰ ਕਹਾਉਣ ਵਾਲੇ ਅੱਗੇ ਲੱਗਦੇ ਉਹ ਗੱਲ ਕਰਦੇ ਕਿ ਚੁੱਪ ਵੀ ਕਰ ਜਾਂਦੇ ਆ। ਪਰੰਤੂ ਹੁਣ ਚੁੱਪ ਨਹੀਂ ਜੇ ਹੁਣ ਹੋਣਾ, ਹੁਣ ਬੋਲਾਂਗੇ। ਤੇ ਸਰਕਾਰ ਇਹ ਮਤ ਸਮਝੇ ਕਿ ਮੈਂ ਆਪਣੇ ਕੁਝ ਬੰਦਿਆਂ ਨੂੰ ਸੱਦ ਕੇ, ਆਪਣੇ ਚਹੇਤਿਆਂ ਨੂੰ, ਜਾਂ ਕਿੱਦਾਂ ਮੈਂ ਕਹਿ ਲਓ ਵੀ ਅਸੀਂ ਮਤਲਬ ਇਹ ਬੰਬ ਦੀ ਪੈਨ ਕੱਢ ਦਿੱਤੀ ਹੋਈ ਹੈ, ਵੀ ਅਸੀਂ ਇਹ ਸੰਘਰਸ਼ ਰੂਪੀ ਬੰਬ ਦੀ ਪੈਨ ਕੱਢ ਦਿੱਤੀ ਹੈ, ਅਤੇ ਅਸੀਂ ਇਹ ਜਿਹੜਾ ਇੱਕ ਤਰ੍ਹਾਂ ਨਾਲ ਵੀ ਅਸੀਂ ਹੁਣ ਭਾਰ ਮੁਕਤ ਹੋ ਗਏ ਹਾਂ। ਭਾਰ ਮੁਕਤ ਨਹੀਂ ਹੋਏ, ਨਾ ਸਰਕਾਰ ਹੋਈ ਹੈ ਤਾਂ ਨਾ ਰਿਪੋਰਟ ਫੜਨ ਵਾਲੇ ਆਗੂ ਹੋਏ ਆ। ਉਹਨਾਂ ਨੇ ਭਾਰ ਵੱਧ ਪਵਾ ਲਿਆ ਆਪਦੇ ਉੱਤੇ, ਕਿਉਂਕਿ ਇਹ ਕੌਮ ਖਿੱਦੋ ਵਰਗੀ ਆ, ਜਿੰਨਾ ਥੱਲੇ ਮਾਰੋਗੇ ਉੱਪਰ ਬੁੜਕੂਗੀ। ਇਹ ਹੁਣ ਮੇਰਾ ਖਿਆਲ ਇਹ ਤਾਂ ਨੌਜਵਾਨ ਇੱਥੇ ਮੇਰੀ ਆਪਣੀ ਓਪੀਨੀਅਨ ਹੈ ਵੀ ਸਾਨੂੰ 10 ਤਰੀਕ ਦੀ ਵੇਟ ਵੀ ਨਹੀਂ ਕਰਨੀ ਚਾਹੀਦੀ। ਇਹ ਮੇਰਾ ਨਿੱਜੀ ਵਿਚਾਰ ਆ। ਪਰੰਤੂ ਸਿੱਖ ਜਥੇਬੰਦੀਆਂ ਦਾ ਇਕੱਠ ਬਹੁਤ ਛੇਤੀ ਨੁਮਾਇੰਦਾ ਇਕੱਠ ਸੱਦਦੇ ਆ, ਕਰਦੇ ਆ। ਮੇਰੇ ਵੀ ਟੱਚ 'ਚ ਬਹੁਤ ਲੋਕ ਹੈਗੇ ਨੇ। ਐਸੀ ਕੋਈ ਗੱਲ ਨਹੀਂ ਵੀ ਜੇ ਮੈਂ 15-18 ਮਹੀਨੇ ਜੇਲ੍ਹ 'ਚ ਰਹਿ ਕੇ ਆਇਆ ਜਾਂ ਕੋਈ ਗੱਲ, ਤੇ ਹੁਣ ਅਸੀਂ ਇਹਦੇ ਪੈੜ ਖਾਲੀ ਛੱਡ ਦੇਣਾ। ਅਸੀਂ ਉਹ ਲੋਕਾਂ, ਜਿੱਦਣ ਨਾਨਕ ਸ਼ਾਹ ਫਕੀਰ ਫਿਲਮ ਚੱਲੀ ਸੀ ਤੇ ਮਾਲ ਗੱਡੀ ਕਦੇ ਰੁਕਦੀ ਨਹੀਂ, 13-14 ਲੋਕਾਂ ਨੇ ਗੱਡੀ ਰੋਕੀ ਸੀ। 10 ਵਜੇ ਫਿਲਮ ਰਿਲੀਜ਼ ਹੋਣੀ ਸੀ ਤੇ 7 ਵਜੇ ਨੂੰ ਗੱਡੀ ਰੋਕੀ ਸੀ, ਫਿਲਮ ਨਹੀਂ ਸੀ ਰਿਲੀਜ਼ ਹੋਣ ਦਿੱਤੀ। ਸਿਆਸੀ ਕਾਨਫਰੰਸਾਂ, ਬਾਦਲ ਪਰਿਵਾਰ ਤੇ ਜ਼ੋਰ ਲੱਗਿਆ ਸਾਨੂੰ, ਸ਼ਿਵ ਸੈਨਾ ਦੇ ਆਗੂ ਵੀ ਕਿਹਾ, ਬਹੁਤ ਕੁਛ ਕਿਹਾ, ਕਰ ਲਈਆਂ। ਫਿਰ ਫਤਿਹਗੜ੍ਹ ਸਾਹਿਬ ਨਹੀਂ ਹੋਣ ਦਿੱਤੀਆਂ। 328 ਸਰੂਪ ਕੋਈ ਕਹਿ ਨਹੀਂ ਸਕਦਾ, ਕੁੱਟ ਲਿਆ, ਵੱਢ ਲਿਆ, ਮਾਰ ਲਿਆ, ਮੁੱਦਾ ਮੁਕਾ ਲਿਆ। ਅੱਜ 328 ਸਰੂਪ ਤੇ 2015 ਦਾ ਜਿਹੜਾ ਆਹ ਬੇਅਦਬੀ ਦਾ ਵਰਤਾਰਾ ਸੀ, ਉਹ ਬਾਦਲਾਂ ਦੇ ਗਲੇ ਦੀ ਹੱਡੀ ਬਣਿਆ। ਪਰ ਅੱਜ ਭਗਵੰਤ ਮਾਨ ਦੀ ਸਰਕਾਰ ਕਿਤੇ ਭੁਲੇਖੇ 'ਚ ਨਾ ਰਹੇ। ਬਹੁਤ ਕੁਝ ਹੋ ਸਕਦਾ ਤੇ ਬਹੁਤ ਕੁਝ ਕੀਤਾ ਜਾ ਸਕਦਾ। ਬਹੁਤ ਕੁਝ ਹੋ ਸਕਦਾ ਤੇ ਬਹੁਤ ਕੁਝ ਕੀਤਾ ਜਾ ਸਕਦਾ। ਬਸ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਜੇ ਘੱਟੇ ਮਿੱਟੀ ਵਿੱਚ ਕੋਈ ਰੋਲੂਗਾ, ਚਾਹੇ ਉਹ ਧਾਰਮਿਕ ਆਗੂ ਹੋਵੇ, ਚਾਹੇ ਉਹ ਸਿਆਸੀ ਆਗੂ ਹੋਵੇ, ਚਾਹੇ ਮੁੱਖ ਮੰਤਰੀ ਵੀ ਹੋਵੇ, ਉਹਦੀ ਨੀਂਦ ਹਰਾਮ ਆ। ਉਹ ਲਿਖ ਲੈ ਵੀ ਮੈਂ ਚੈਨ ਦੀ ਨੀਂਦ ਸੌਂ ਨਹੀਂ ਜੇ ਸਕਦਾ। ਬਸ ਐਵੇਂ ਜੇ ਸਿਆਣੇ ਆ ਤੇ ਸਮਝ ਜਾਣ, ਮਲਮ ਲਾ ਲੈਣ ਸਿੱਖਾਂ ਦੇ। ਇਹ ਸਹੀ ਇਹਦੀ ਗੱਲ ਲੈ ਕੇ ਆਉਣ ਸੰਗਤ ਦੇ ਸਾਹਮਣੇ, ਸਹੀ ਗੱਲ ਲੈ ਆਉਣ, ਸਹੀ ਗੱਲ ਜੋ ਬਣਦੀ ਆ, ਜੋ ਗੱਲ ਹੈ ਆ, ਜੋ ਪਬਲਿਕ ਓਪੀਨੀਅਨ ਆ, ਅਤੇ ਜਿਹੜੀਆਂ ਬਾਕੀ ਦੀਆਂ ਰਿਪੋਰਟਾਂ ਦੇ ਵਿੱਚ ਸੱਚ ਆ, ਜੇ ਨਾ ਲਿਆਂਦਾ ਤੇ ਇਹਨਾਂ ਨੂੰ ਲੈਣੇ ਦੇ ਦੇਣੇ ਪੈਣੇ ਆ। ਤਾਂ ਇਹ ਸਨ ਸੁਖਜੀਤ ਸਿੰਘ ਖੋਸਾ। ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਵੱਲੋਂ ਜਾਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਕਿਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਉਹ ਲਿਖਿਆ ਜਾਂਦਾ, ਉਹ 'ਤੇ ਵੀ ਨਜ਼ਰ ਜਿਹੜੀ ਹੈਗੀ ਆ ਉਹ ਬਣੀ ਰਹੇਗੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਅਤੇ ਵੇਖਣ ਸੁਣਨ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਕਮੈਂਟ ਭਾਵੇਂ ਮੇਰੇ ਖਿਲਾਫ ਕਰ ਦਿਓ, ਕੋਈ ਗੱਲ ਨਹੀਂ, ਜੋ ਮਰਜ਼ੀ ਕਰਿਓ, ਪਰ ਇਹਨਾਂ ਦਾ ਲਹੂ ਤੁਹਾਨੂੰ ਅੱਜ ਵੀ ਆਵਾਜ਼ ਮਾਰ ਰਿਹਾ।
ਔਰ ਇਹਨਾਂ ਤੋਂ ਅਗਲੀ ਗੱਲ, ਖਿਲਰੇ ਹੋਏ ਅੰਗ ਅੱਜ ਤੁਹਾਨੂੰ ਸੱਦਦੇ ਐ, ਰੂੜੀਆਂ ਤੇ ਪਿਆ ਗੁਰੂ ਗ੍ਰੰਥ ਸਾਹਿਬ, ਉਹ ਤੁਹਾਨੂੰ ਆਵਾਜ਼ ਦੇ ਰਿਹਾ ਵੀ ਮੇਰੇ ਕੁਝ ਪੁੱਤ ਤੇ ਭੁੱਲ ਗਏ ਆ। ਜੇ ਤੁਸੀਂ ਸੱਚੇ ਪੁੱਤ ਆ ਗੁਰੂ ਗ੍ਰੰਥ ਸਾਹਿਬ ਦੇ ਤੇ ਭੁੱਲਿਓ ਨਾ ਜੇ। ਮੁੱਲ ਉਹਨਾਂ ਦਾ ਹੀ ਪੈਂਦਾ ਜਿਹਦੇ ਭੁੱਲਦੇ ਨਹੀਂ ਹੈਗੇ। ਜਿਹੜੇ ਖੜ੍ਹਦੇ ਆ, ਜਿਹੜੇ ਨਹੀਂ ਖੜ੍ਹਦੇ, ਕੌਮ ਉਹਨਾਂ ਨੂੰ ਖੜਨ ਨਹੀਂ ਜੇ ਦਿੰਦੀ। ਲੌਂਗੋਵਾਲ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜੇ ਨਹੀਂ ਵਿਕੇ ਤੇ ਅੱਜ ਤਸਵੀਰਾਂ ਵਿਕਦੀਆਂ ਨੇ। ਨੌਜਵਾਨੀ ਜੇ ਸੰਗਰੂਰ ਸਰ ਕਰ ਸਕਦੀ ਹੈ ਤੇ ਨੌਜਵਾਨੀ ਇਹ ਬੇਅਦਬੀ ਦਾ ਮੁੱਦਾ ਵੀ ਸਰ ਕਰੇਗੀ। ਕਿਰਤੀ ਲੋਕਾਂ ਨੂੰ ਅਸੀਂ ਆਵਾਜ਼ ਦੇਣਾ ਚਾਹੁੰਦੇ ਹਾਂ ਕਿ ਆਓ, ਉਹਨਾਂ ਦੇ ਭਾਅ 'ਚ ਵੀ ਇਹ ਸੁਖਰਾਜ ਸਿੰਘ ਕੱਲਾ ਹੈ ਜਾਂ ਥੋੜ੍ਹੇ 2-4 ਜਣੇ ਹੀ ਹੈ। ਬਸ ਇੰਨੀ ਕੀ ਗੱਲ ਆ ਵੀ ਇਹਨਾਂ ਦਾ ਖੂਨ ਤੇ ਖਿਲਰੇ ਹੋਏ ਅੰਗ ਤੁਹਾਨੂੰ ਆਵਾਜ਼ ਦੇ ਰਹੇ, ਆਓ ਭਾਈ। ਕਿਉਂਕਿ ਸਰਕਾਰਾਂ ਮਚਲੀਆਂ ਗੁੰਗੀਆਂ ਬੋਲੀਆਂ ਹੋ ਜਾਂਦੀਆਂ। ਮਚਲੀਆਂ ਇਹਨਾਂ ਦਾ ਮਚਲਪੁਣਾ ਕੱਢਣ ਵਾਸਤੇ ਸਾਨੂੰ ਏਕੇ ਦੀ ਲੋੜ ਹੈਗੀ ਆ ਤੇ ਬਹੁਤ ਜਲਦੀ, ਛੇਤੀ, ਕਿਉਂਕਿ ਵੇਟ ਕਰਾਂਗੇ ਕਰਨ ਲਈ ਇਹਨਾਂ ਦਾ ਕੀ ਇੱਥੇ ਹੋਇਆ। ਮੈਂ ਇਹਨਾਂ ਨਾਲ ਵਿਚਾਰ ਕਰਦਾ ਵੀ ਕਿੱਦਾਂ ਕਰਦੇ ਆ, ਪਰੰਤੂ ਬਹੁਤ ਛੇਤੀ ਜਿਹੜਾ ਹੋਊਗਾ। ਔਰ ਸੁਨੇਹਾ ਵੀ ਆ ਸੰਗਤ ਨੂੰ ਤੁਹਾਡੇ ਰਾਹੀਂ ਕਿ ਆਓ ਇੱਥੇ ਹਾਜ਼ਰੀ ਭਰੋ। ਜਿਹੜੇ ਫਿਰ ਉਹ ਰਿਪੋਰਟਾਂ ਲੈ ਕੇ ਆਏ ਆ ਉਹਨਾਂ ਨੂੰ ਵੀ ਦੱਸਿਆ ਜਾ ਸਕੇ ਤੇ ਜਿਨ੍ਹਾਂ ਨੇ ਦਿੱਤੀਆਂ ਉਹਨਾਂ ਨੂੰ ਵੀ ਦੱਸਿਆ ਜਾ ਸਕੇ ਕਿ ਇੱਦਾਂ ਕੰਮ ਨਹੀਂ ਜੇ ਚੱਲਣਾ। ਸੋ ਸਾਡਾ ਧੰਨਵਾਦ, ਤੁਸੀਂ ਆਵਾਜ਼ ਨੂੰ ਪਹੁੰਚਾਇਆ। ਤੇ ਫਿਰ ਦੁਬਾਰਾ ਕਹਾਂ ਵੀ ਕਮੈਂਟ ਜਿੱਦਾਂ ਦੇ ਮਰਜ਼ੀ ਕਰੀ ਜਾਓ, ਕੋਈ ਗੱਲ ਨਹੀਂ, 4 ਗਾਲਾਂ ਕੱਢ ਲਿਓ, ਕੋਈ ਫਿਕਰ ਨਹੀਂ, ਪਰ ਵਾਸਤਾ ਗੁਰੂ ਗ੍ਰੰਥ ਸਾਹਿਬ ਦਾ ਤੇ ਵਾਸਤਾ ਇਹਨਾਂ ਦੇ ਡੁੱਲੇ ਹੋਏ ਖੂਨ ਦਾ ਇੱਥੇ ਜ਼ਰੂਰ ਆ ਜਾਜੇ। ਆਇਓ ਜ਼ਰੂਰ। ਧੰਨਵਾਦ। ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ, ਜਸਵੀਰ ਸਿੰਘ, ਪੰਜਾਬ KTV, ਪਿੰਡ ਬਹਿਬਲ ਕਲਾਂ।